ਹੁਣ ਆਪਾਂ ਜਿਹੜੀ ਆਪਾਂ ਕੰਮ ਕਰਾਂਗੇ ਵਿੰਡੋਜ਼ 10 ਦੀ ਇੰਸਟਾਲੇਸ਼ਨ। ਵਿੰਡੋਜ਼ 10 ਦੀ ਇੰਸਟਾਲੇਸ਼ਨ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਜਦੋਂ ਆਪਣਾ ਪੀਸੀ ਔਨ ਕਰਨਾ ਆ, ਔਨ ਕਰਦੇ ਸਾਰ ਹੀ ਆਪਾਂ ਆਪਣੇ ਕੰਪਿਊਟਰ ਦਾ ਡਿਲੀਟ ਕੀਬੋਰਡ ਦਾ ਡਿਲੀਟ ਬਟਨ ਦੱਬੀ ਜਾਣਾ। ਆਪਾਂ ਡਿਲੀਟ ਬਟਨ ਦੱਬੀ ਜਾਣਾ ਲਗਾਤਾਰ। ਜਦੋਂ ਡਿਲੀਟ ਬਟਨ ਆਪਾਂ ਦੱਬਦੇ ਰਵਾਂਗੇ ਸਾਡੇ ਸਾਹਮਣੇ ਸਾਡੇ ਸਿਸਟਮ ਦੀ ਬਾਇਓਸ ਖੁੱਲ ਜੂਗੀ। ਹੁਣ ਬਾਇਓਸ ਖੁੱਲ ਗਈ ਆਪਣੇ ਸਾਹਮਣੇ। ਹੁਣ ਜਦੋਂ ਆਪਾਂ ਵਿੰਡੋ ਇੰਸਟਾਲੇਸ਼ਨ ਕਰਦੇ ਹਾਂ, ਕੋਈ ਵੀ, ਚਾਹੇ ਉਹ ਵਿੰਡੋ XP ਕਰਦੇ ਹਾਂ, ਚਾਹੇ ਵਿੰਡੋ 7 ਕਰਦੇ ਹਾਂ, ਚਾਹੇ ਵਿੰਡੋ 10 ਕਰਦੇ ਹਾਂ, ਜ਼ਿਆਦਾਤਰ ਆਪਾਂ ਇਹ ਇੰਸਟਾਲੇਸ਼ਨ CD ਜਾਂ DVD ਤੋਂ ਕਰਦੇ ਹਾਂ। ਪਰ ਅੱਜ ਜਿਹੜਾ ਮੈਂ ਤੁਹਾਨੂੰ ਐਕਸਪੀਰੀਅੰਸ ਕਰਵਾਉਣ ਜਾ ਰਿਹਾ ਇਹ ਆਪਾਂ ਕਰਨ ਜਾ ਰਹੇ ਹਾਂ ਪੈਨ ਡਰਾਈਵ ਤੋਂ। ਆਪਾਂ ਵਿੰਡੋ 10 ਇਸ ਪੈਨ ਡਰਾਈਵ ਦੇ ਵਿੱਚ ਇੰਸਟਾਲ ਕੀਤੀ ਹੋਈ ਹੈ, ਸੌਰੀ ਡਾਊਨਲੋਡ ਕੀਤੀ ਹੋਈ ਆ। ਆਪਾਂ ਇਸ ਪੈਨ ਡਰਾਈਵ ਨੂੰ USB ਪੋਰਟ ਦੇ ਉੱਤੇ ਲਗਾਤਾ। ਲਗਾਉਣ ਤੋਂ ਬਾਅਦ ਆਪਾਂ ਐਡਵਾਂਸ ਬਾਇਓਸ ਫੀਚਰ 'ਚ ਗਏ। ਐਡਵਾਂਸ ਬਾਇਓ ਫੀਚਰ 'ਚ ਆ ਕੇ ਹਾਰਡ ਡਿਸਕ ਡਰਾਈਵਸ ਵਿੱਚ ਗਏ। ਚੈੱਕ ਕਰੋ ਇਸ ਟਾਈਮ ਸਾਡੇ ਤੋਂ ਹਾਰਡ ਡਿਸਕ ਡਰਾਈਵਸ 2 ਸ਼ੋ ਹੋ ਰਹੀਆਂ ਆ। 2 ਕਿਹੜੀ ਸ਼ੋ ਹੋ ਰਹੀ ਆ? ਇੱਕ USB, ਥੱਲੇ SATA ਦੀ ਜਿਹੜੀ 1 TB ਦੀ WD ਦੀ ਹਾਰਡ ਡਿਸਕ ਲੱਗੀ ਆ। ਹੁਣ ਆਪਾਂ ਚਾਹੁੰਦੇ ਆ ਕਿ ਆਪਾਂ ਇੰਸਟਾਲੇਸ਼ਨ ਇਸ USB ਡਰਾਈਵ ਤੋਂ ਕਰਨੀ ਹੈ। ਇਸ ਕਰਕੇ ਆਪਾਂ ਜਿਹੜੀ ਫਸਟ ਡਰਾਈਵ ਹੈ ਉਹਨੂੰ USB ਸੈਂਡ ਡਿਸਕ ਕਰ ਦੇਣਾ। ਜੇਕਰ ਇੱਥੇ SATA ਹੋਵੇ ਤੇ ਤੁਸੀਂ ਇੱਥੇ ਐਂਟਰ ਮਾਰ ਕੇ ਇਹਨੂੰ USB ਸੈਂਡ ਡਿਸਕ ਕਰ ਦੇਣਾ। ਐਸਕੇਪ ਦੱਬ ਕੇ ਆਪਾਂ ਬੂਟ ਡਿਵਾਈਸ ਪ੍ਰਾਇੋਰਟੀ 'ਚ ਜਾਣਾ। ਬੂਟ ਡਿਵਾਈਸ ਪ੍ਰਾਇੋਰਟੀ 'ਚ ਜਾ ਕੇ ਆਟੋਮੈਟਿਕਲੀ ਇੱਥੇ USB ਸੈਂਡ ਡਿਸਕ ਆ ਜਾਣਾ। ਦੈਨ F10 ਸੇਵ ਐਂਡ ਐਗਜ਼ਿਟ। ਆਟੋਮੈਟਿਕਲੀ ਸਿਸਟਮ ਨੇ ਪੈਨ ਡਰਾਈਵ ਤੋਂ ਬੂਟ ਹੋ ਜਾਣਾ। ਪੈਨ ਡਰਾਈਵ ਦੇ ਵਿੱਚ ਤੋਂ ਬੂਟ ਹੋਣ ਦਾ ਮਤਲਬ ਹੈ ਕਿ ਪੈਨ ਡਰਾਈਵ ਦੇ ਵਿੱਚ ਵਿੰਡੋ 10 ਹੈ, ਇਟ ਮੀਨਸ ਵਿੰਡੋਜ਼ 10 ਇੰਸਟਾਲੇਸ਼ਨ ਸ਼ੁਰੂ ਹੋ ਜਾਊਗੀ। ਚੈੱਕ ਕਰਦੇ ਹਾਂ, ਵਿੰਡੋ 10 ਦਾ ਲੋਗੋ ਆਉਣਾ ਚਾਹੀਦਾ। ਜੇਕਰ ਵਿੰਡੋ 10 ਦਾ ਲੋਗੋ ਆ ਗਿਆ ਇਟ ਮੀਨਸ ਸਾਡੀ ਜਿਹੜਾ ਸਿਸਟਮ ਹੈ ਉਹ ਬੂਟ ਹੋ ਗਿਆ ਆ ਪੈਨ ਡਰਾਈਵ ਤੋਂ। ਥੋੜਾ ਟਾਈਮ ਲੱਗ ਸਕਦਾ ਸਟਾਰਟਿੰਗ ਦੇ ਵਿੱਚ। ਚੈੱਕ ਕਰੋ ਥੱਲੇ ਜਿਹੜਾ ਆ ਸਰਕਲ ਘੁੰਮਣ ਲੱਗ ਗਿਆ ਆ, ਇਹਦਾ ਮਤਲਬ ਹੈ ਕਿ ਪ੍ਰੋਸੈਸਿੰਗ ਬਿਲਕੁਲ ਠੀਕ ਚੱਲ ਰਹੀ ਹੈ। ਲਓ ਜੀ, ਆਪਾਂ ਲੈਂਗੁਏਜ ਕਿਹੜੀ ਲਵਾਂਗੇ? ਇੰਗਲਿਸ਼। ਆਪਾਂ ਫਾਰਮੈਟ ਕਿਹੜਾ ਲੈਣਾ ਹੈ? ਆਪਾਂ ਸਭ ਤੋਂ ਪਹਿਲਾਂ ਸਾਡੇ ਤੋਂ ਲੈਂਗੁਏਜ ਪੁੱਛਦੇ ਆ। ਲੈਂਗੁਏਜ ਆਪਾਂ ਇੰਗਲਿਸ਼ ਰੱਖਣੀ ਆ। ਕਰੰਸੀ ਫਾਰਮੈਟ ਆਪਾਂ ਇੰਡੀਆ ਕਰ ਦਿੰਦੇ ਆ। ਇੰਡੀਆ ਆਪਾਂ ਟਾਈਮ ਐਂਡ ਕਰੰਸੀ ਫਾਰਮੈਟ ਦੇ ਵਿੱਚ ਆਪਾਂ ਯੂਜ਼ ਕਰ ਲੈਣਾ ਇੰਡੀਆ, ਇੰਗਲਿਸ਼ ਇੰਡੀਆ। ਉਹ ਤੋਂ ਬਾਅਦ ਅੱਗੇ ਆਏਗਾ ਕੀਬੋਰਡ। ਕੀਬੋਰਡ ਆਪਾਂ ਇੰਗਲਿਸ਼ ਇੰਡੀਆ। ਦੈਨ ਆਪਾਂ ਨੈਕਸਟ ਦੇ ਉੱਤੇ ਕਲਿੱਕ ਕਰ ਦੇਣਾ। ਦੈਨ ਆਪਾਂ ਕਲਿੱਕ ਕਰਨਾ ਇੰਸਟਾਲ ਨਾਓ। ਇੰਸਟਾਲ ਨਾਓ। ਸੈਟਅਪ ਇਜ਼ ਸਟਾਰਟਿੰਗ। ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਵਿੰਡੋ ਇੰਸਟਾਲੇਸ਼ਨ ਕੀਤੀ ਜਾਂਦੀ ਹੈ ਉਹ ਕਰਦੀ ਹੈ ਵਿੰਡੋ 10, ਕਿਉਂਕਿ ਇਸ ਟਾਈਮ ਲੇਟੈਸਟ ਅਪਡੇਟ ਵਿੰਡੋਜ਼ 10 ਦੀਆਂ ਹੀ ਮਿਲਦੀਆਂ ਪਈਆਂ। ਹੁਣ ਆਪਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਰਨਾ ਆ ਆਈ ਐਕਸੈਪਟ ਦਾ ਲਾਇਸੈਂਸ ਟਰਮਸ। ਸਾਨੂੰ ਆ ਲਾਇਸੈਂਸ ਦੀਆਂ ਟਰਮਸ ਹੈ ਉਹਨੂੰ ਅਸੈਪਟ ਕਰਨਾ ਪੈਣਾ। ਦੈਨ ਆਪਾਂ ਨੈਕਸਟ ਦੇ ਉੱਤੇ ਕਲਿੱਕ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਨਵੀਂ ਇੰਸਟਾਲੇਸ਼ਨ ਕਰਨੀ ਹੈ ਤੇ ਆਪਾਂ ਇਹਦੇ ਵਿੱਚ ਕੀ ਕਰਨਾ? ਕਸਟਮ ਇੰਸਟਾਲ। ਹੁਣ ਤੁਹਾਡੇ ਸਾਹਮਣੇ ਇਸ ਟਾਈਮ ਡਰਾਈਵਸ ਇਹਦੀਆਂ ਹਾਰਡ ਡਿਸਕ ਦੀਆਂ ਜਿਹੜੀਆਂ ਪਾਰਟੀਸ਼ਨਸ ਬਣੀਆਂ ਪਈਆਂ, ਪਰ ਮੈਂ ਸਾਰਾ ਡਾਟਾ ਉਡਾ ਕੇ ਨਵੀਆਂ ਪਾਰਟੀਸ਼ਨ ਕਰਨਾ ਚਾਹੁੰਦਾ ਹਾਂ। ਤੇ ਮੈਂ ਕੀ ਕਰੂੰਗਾ? ਸਭ ਤੋਂ ਮੈਂ ਥੱਲੇ ਦੀ ਪਾਰਟੀਸ਼ਨ ਨੂੰ ਪਾਰਟੀਸ਼ਨ 2 ਨੂੰ ਵੀ ਡਿਲੀਟ ਕਰ ਦੂੰਗਾ। ਓਕੇ। ਮੈਂ ਜਿਹੜੀ ਪਹਿਲੀ ਪਾਰਟੀਸ਼ਨ ਉਹਨੂੰ ਵੀ ਡਿਲੀਟ ਕਰ ਦੂੰਗਾ। ਦੈਨ ਓਕੇ। ਹੁਣ ਸਾਡੇ ਤੋਂ ਅਨਲੋਕੇਟਡ ਸਪੇਸ ਜਿਹੜੀ ਆ ਗਈ ਹੈ ਉਹ 931.5 GB ਦੀ ਆ ਰਹੀ ਹੈ। ਲਗਭਗ 1 TB ਦੀ ਹਾਰਡ ਡਿਸਕ ਹੈ। ਬਿਲਕੁਲ ਫ੍ਰੀ ਆਪਾਂ ਇਹਨੂੰ ਕਰ ਦਿੱਤਾ ਹੈ। ਇਹਦੀ ਪਾਰਟੀਸ਼ਨਾਂ ਤੋੜ ਦਿੱਤੀਆਂ ਆ। ਆਪਾਂ ਸਭ ਤੋਂ ਪਹਿਲਾਂ ਸਿਲੈਕਟ ਕਰਾਂਗੇ, ਨਿਊ ਦੇ ਉੱਤੇ ਕਲਿੱਕ ਕਰਾਂਗੇ। ਇੱਥੇ ਆਪਾਂ ਜਿੰਨੀ ਡਰਾਈਵ ਦੇਣਾ ਚਾਹੁੰਦੇ ਸੀ ਡਰਾਈਵ ਨੂੰ ਆਪਾਂ 50,000 MB ਭਰ ਦਿੱਤਾ। 50,000 MB ਦਾ ਮਤਲਬ ਹੈ ਲਗਭਗ 50 GB। ਦੈਨ ਅਪਲਾਈ, ਦੈਨ ਓਕੇ।
ਜਿਹੜੀ ਬਾਕੀ ਬਚਦੀ ਸਪੇਸ ਹੈ ਇਹਨੂੰ ਆਪਾਂ ਵਿੰਡੋ 10 ਦੇ ਵਿੱਚ ਜਾ ਕੇ ਇਹਦੀਆਂ ਪਾਰਟੀਸ਼ਨਾਂ ਕਰਦੀਆਂ ਮੈਂ ਤੁਹਾਨੂੰ ਦੱਸ ਦੂੰਗਾ। ਪਰ ਆਪਾਂ ਇਸ ਟਾਈਮ ਇੱਕ ਪਾਰਟੀਸ਼ਨ ਬਣਾਈ ਹੈ ਲਗਭਗ 48.3 GB ਦੀ, ਔਰ ਇੱਕ ਸਿਸਟਮ ਰਿਕਵਰੀ ਦੇ ਲਈ ਇੱਕ 549 MB ਦੀ ਇੱਕ ਪਾਰਟੀਸ਼ਨ ਆਟੋਮੈਟਿਕਲੀ ਬਣਦੀ, ਸਾਨੂੰ ਦਿਖਦੀ ਨਹੀਂ ਹੈਗੀ, ਵੈਸੇ ਸਾਨੂੰ ਆਹ ਹੀ ਪਾਰਟੀਸ਼ਨ ਦਿਖਣੀ ਫਿਲਹਾਲ। ਆਪਾਂ ਦੈਨ ਜਿਹਦੇ ਵਿੱਚ ਆਪਾਂ 50 GB ਆਪਾਂ ਸਿਲੈਕਟ ਕੀਤਾ ਸੀ 50,000 MB, ਉਸ ਡਰਾਈਵ ਨੂੰ ਆਪਾਂ ਸਿਲੈਕਟ ਕਰਕੇ ਉੱਤੇ ਨੈਕਸਟ ਕਰਾਂਗੇ। ਆਪਾਂ ਨੈਕਸਟ ਕਾਪੀਇੰਗ ਵਿੰਡੋਜ਼। ਹੁਣ ਫਾਈਲ ਇੰਸਟਾਲੇਸ਼ਨ ਹੋਣਾ, ਇਹ ਪ੍ਰੋਸੈਸ 0 ਤੋਂ ਲੈ ਕੇ 100 ਤੱਕ ਜਾਊਗਾ, ਥੋੜਾ ਜਿਹਾ ਟਾਈਮ ਲੱਗੂਗਾ ਇਸ ਪ੍ਰੋਸੈਸ ਨੂੰ। ਮੈਂ ਥੋੜੀ ਦੇਰ ਦੇ ਲਈ ਇਸ ਵੀਡੀਓ ਨੂੰ ਪੌਜ਼ ਕਰ ਦੇਣਾ, ਲਗਭਗ ਜਦੋਂ 90% ਹੋ ਜਾਊਗਾ ਮੈਂ ਇਹਨੂੰ ਦੁਬਾਰਾ ਔਨ ਕਰ ਦੂੰਗਾ, ਕਿਉਂਕਿ ਇਸ ਤਰ੍ਹਾਂ ਵੀਡੀਓ ਜਿਹੜੀ ਹੈ ਬਹੁਤ ਲੰਬੀ ਹੋ ਜਾਣੀ ਹੈ। ਲਗਭਗ 55% ਫਾਈਲਾਂ ਕਾਪੀ ਹੋ ਚੁੱਕੀਆਂ ਹੈ। ਚਲੋ ਜਦੋਂ ਤੱਕ ਇਹ ਫਾਈਲਾਂ ਕਾਪੀ ਹੁੰਦੀਆਂ ਆਪਾਂ ਥੋੜੀ ਹੋਰ ਗੱਲ ਕਰ ਲੈਂਦੇ ਇਸ ਦੇ ਰਿਗਾਰਡਿੰਗ। ਜਦੋਂ ਆਪਾਂ ਵਿੰਡੋ 10 ਇੰਸਟਾਲ ਕਰਦੇ ਹਾਂ, ਇੰਸਟਾਲੇਸ਼ਨ ਕਰਨ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਡਰਾਈਵਰ। ਹੁਣ ਬਹੁਤ ਜਣੇ ਇਸ ਗੱਲ ਦੇ ਉੱਤੇ ਫਸ ਜਾਂਦੇ ਆ ਕਿ ਆਪਾਂ ਡਰਾਈਵਰ ਦੀ ਇੰਸਟਾਲੇਸ਼ਨ ਕਿਸ ਤਰ੍ਹਾਂ ਕਰੀਏ। ਮੈਂ ਤੁਹਾਨੂੰ ਥੋੜ੍ਹੇ ਜਿਹੇ ਟਿਪਸ ਦਿੰਦਾ ਇਹਦੇ ਬਾਰੇ। ਵੈਸੇ ਤੇ ਜ਼ਿਆਦਾਤਰ ਵਿੰਡੋ 7 ਤੇ ਵਿੰਡੋ 10 ਦੀ ਇੰਸਟਾਲੇਸ਼ਨ ਦੇ ਦੌਰਾਨ ਤੁਹਾਡੇ ਮਦਰਬੋਰਡ ਦੇ ਮੈਕਸਿਮਮ ਡਰਾਈਵਰ ਭਰ ਜਾਂਦੇ ਆ, ਪਰ ਜੇਕਰ ਫਿਰ ਵੀ ਡਰਾਈਵਰ ਨਾ ਭਰਨ ਤੇ ਤੁਹਾਨੂੰ ਤੁਹਾਡੇ ਲੈਪਟਾਪ ਜਾਂ ਕੰਪਿਊਟਰ ਦੇ ਨਾਲ ਤੁਹਾਡੀ ਇੱਕ CD ਮਿਲੀ ਹੁੰਦੀ ਆ ਮਦਰਬੋਰਡ ਦੀ, ਤੁਸੀਂ ਉਸ CD ਦੇ ਨਾਲ ਵੀ ਡਰਾਈਵਰ ਭਰ ਸਕਦੇ ਹੋ। ਹੁਣ ਜਿਸ ਕੰਡੀਸ਼ਨ ਦੇ ਵਿੱਚ ਤੁਹਾਡੇ ਕੋਲ CD ਨਾ ਹੋਵੇ, ਉਸ ਕੰਡੀਸ਼ਨ ਦੇ ਉੱਤੇ ਆਪਾਂ ਕੀ ਕਰਦੇ ਹਾਂ, ਇੱਕ ਸੌਫਟਵੇਅਰ ਸਾਡੇ ਤੋਂ ਡਰਾਈਵਰ ਬੂਸਟਰ, IOBIT ਡਰਾਈਵਰ ਬੂਸਟਰ, ਬਹੁਤ ਵਧੀਆ ਸੌਫਟਵੇਅਰ ਹੈ, 20-25-30 MB ਦਾ ਸੌਫਟਵੇਅਰ ਹੈ ਸਿਰਫ। ਤੁਸੀਂ ਉਹ ਸੌਫਟਵੇਅਰ ਨੂੰ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰ ਲੈਣਾ ਔਰ ਵਾਈਫਾਈ ਡੋਂਗਲ ਦੇ ਨਾਲ ਆਪਣੇ ਸਿਸਟਮ ਦੇ ਉੱਤੇ ਨੈਟ ਚਲਾ ਲੈਣਾ। ਜੇਕਰ ਇੰਟਰਨੈਟ ਦੇ ਡਰਾਈਵਰ ਨਹੀਂ ਹੈਗੇ ਆ ਤਾਂ ਤੁਸੀਂ ਵਾਈਫਾਈ ਡੋਂਗਲ ਦੇ ਨਾਲ ਨੈਟ ਚਲਾ ਲਿਆ। ਨੈਟ ਚਲਾ ਕੇ ਤੁਸੀਂ ਵਾਈਫਾਈ ਡੋਂਗਲ ਦੇ ਨਾਲ ਆਪਣੇ ਸਿਸਟਮ ਨੂੰ ਇਸ ਟਾਈਮ ਵਰਕਿੰਗ ਕੰਡੀਸ਼ਨ 'ਚ ਲਿਆਉਣ ਤੁਸੀਂ IOBIT ਡਰਾਈਵਰ ਬੂਸਟਰ ਨੂੰ ਔਨ ਕਰਕੇ ਤੁਸੀਂ ਜਸਟ ਅਪਡੇਟ ਦੇ ਉੱਤੇ ਕਰਨਾ। ਉਹਨੇ ਇੰਟਰਨੈਟ ਦੀ ਮਦਦ ਦੇ ਨਾਲ ਤੁਹਾਡੇ ਸਿਸਟਮ ਦੇ ਜਿੰਨੇ ਵੀ ਡਰਾਈਵਰ ਜਿਹੜੇ ਇੰਸਟਾਲ ਨਹੀਂ ਹੋਊਗੇ ਉਹਨੇ ਸਾਰੇ ਇੰਸਟਾਲ ਕਰ ਦੇਣੇ। ਯਾਨੀ ਕਿ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਵਿੰਡੋ 10 ਜਾਂ ਵਿੰਡੋ 7 ਦੀ ਇੰਸਟਾਲੇਸ਼ਨ ਤੋਂ ਬਾਅਦ ਜੇਕਰ ਤੁਹਾਨੂੰ ਡਰਾਈਵਰ ਦੀ ਪ੍ਰੋਬਲਮ ਆਵੇ ਤੇ ਤੁਸੀਂ ਉਹਦੇ ਲਈ IOBIT ਡਰਾਈਵਰ ਬੂਸਟਰ ਨੂੰ ਯੂਜ਼ ਕਰ ਸਕਦੇ ਹੋ। ਵਿੰਡੋ 10 ਦੀ ਇੰਸਟਾਲੇਸ਼ਨ ਤੋਂ ਬਾਅਦ ਮੇਰੇ ਵੈਸੇ ਤਾਂ ਮੈਕਸਿਮਮ ਡਰਾਈਵਰ ਇਹਦੇ 'ਚ ਅਪਲੋਡ ਹੋ ਜਾਣੇ ਆ, ਪਰ ਉਹਦੇ ਬਾਵਜੂਦ ਵੀ ਮੈਂ ਤੁਹਾਨੂੰ IOBIT ਡਰਾਈਵਰ ਬੂਸਟਰ ਦੇ ਨਾਲ ਦਿਖਾਊਂਗਾ ਕਿ ਆਪਾਂ ਕਿਸ ਤਰ੍ਹਾਂ ਆਪਾਂ ਇਹਦੇ ਡਰਾਈਵਰ ਅਪਡੇਟ ਕਰਨੇ ਆ। ਲਗਭਗ 95% ਫਾਈਲਾਂ ਕਾਪੀ ਹੋ ਚੁੱਕੀਆਂ ਆ। ਹੁਣ ਇਹ ਸਾਰਾ ਪ੍ਰੋਸੈਸ ਖਤਮ ਹੋ ਜਾਣਾ। ਜਦੋਂ PC ਰੀਸਟਾਰਟ ਹੋਊਗਾ ਆਪਾਂ ਦੁਬਾਰਾ ਬਾਇਓਸ ਵਿੱਚ ਜਾਣਾ। ਮੈਂ ਤੁਹਾਨੂੰ ਦੱਸਦਾ ਕਿਉਂ ਬਾਇਓਸ 'ਚ ਜਾਣਾ। ਆਪਾਂ ਨੂੰ ਬਾਇਓਸ ਦੇ ਵਿੱਚ ਜਾਣਾ ਪੈਣਾ ਹੈ। 96% ਲਗਭਗ 100% ਫਾਈਲਾਂ ਕਾਪੀ ਪੇਸਟ ਹੋ ਗਈਆਂ। ਇੰਸਟਾਲਿੰਗ ਹੁਣ ਇੰਸਟਾਲਿੰਗ ਅਪਡੇਟਸ ਦੇ ਉੱਤੇ ਆ ਗਿਆ ਆ। ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਇਹਨੂੰ ਵੀ। ਫਿਨਿਸ਼ਿੰਗ ਅਪ ਤੇ ਆ ਗਿਆ। ਜਦੋਂ ਇਹ PC ਸਾਡਾ ਰੀਸਟਾਰਟ ਹੋਊਗਾ, ਇਹ ਆਟੋਮੈਟਿਕ ਰੀਸਟਾਰਟ ਹੋਣਾ, ਆਪਾਂ ਇਹਨੂੰ ਰੀਸਟਾਰਟ ਨਹੀਂ ਕਰਨਾ। ਉਸ ਤੋਂ ਬਾਅਦ ਨਾਲ ਹੀ ਆਪਾਂ ਡੈਲ ਬਟਨ ਦਬਣਾ ਸ਼ੁਰੂ ਕਰ ਦੇਣਾ। ਰੀਸਟਾਰਟ ਦੇ ਉੱਤੇ ਐਂਟਰ ਮਾਰ ਕੇ ਆਪਾਂ ਡੈਲ ਬਟਨ ਦਬਣਾ ਸ਼ੁਰੂ ਕਰ ਦੇਣਾ। ਕਹਿਣ ਦਾ ਮਤਲਬ ਆਪਾਂ ਦੁਬਾਰਾ ਬਾਇਓਸ ਦੇ ਵਿੱਚ ਜਾਣਾ ਹੈ। ਆਪਾਂ ਬਾਇਓਸ ਵਿੱਚ ਕਿਉਂ ਜਾਣਾ, ਥੋੜਾ ਸਮਝਿਓ ਇਸ ਗੱਲ ਨੂੰ। ਬਾਇਓਸ ਵਿੱਚ ਜਾ ਕੇ ਆਪਾਂ ਐਡਵਾਂਸ ਬਾਇਓਸ ਫੀਚਰ 'ਚ ਜਾਣਾ। ਐਡਵਾਂਸ ਬਾਇਓ ਫੀਚਰ 'ਚ ਜਾ ਕੇ ਆਪਾਂ ਹਾਰਡ ਡਿਸਕ ਡਰਾਈਵਸ ਵਿੱਚ ਜਾਣਾ। ਇੱਥੇ ਆਪਾਂ ਸਾਟਾ ਕਰ ਦੇਣਾ। ਸਾਟਾ ਮਤਲਬ ਆਪਾਂ ਆਪਣੀ ਜਿਹੜੀ ਸਾਟਾ ਹਾਰਡ ਡਿਸਕ ਹੈ ਉਹਨੂੰ ਮੇਨ 'ਤੇ ਲਿਆਉਂਦਾ। ਔਰ ਹੁਣ ਬੂਟ ਡਿਵਾਈਸ ਪ੍ਰਾਇਓਰਟੀ ਵਿੱਚ ਪਹਿਲਾਂ ਤਾਂ USB ਆਉਂਦਾ ਸੀ, ਹੁਣ ਇੱਥੇ ਦੇਖੋ ਕੀ ਆ ਗਿਆ, ਇੱਥੇ ਆ ਗਿਆ ਸਾਟਾ WD। ਇਟ ਮੀਨਸ ਮੈਂ ਫਸਟ ਬੂਟ ਡਿਵਾਈਸ ਹੁਣ ਕਿਹਨੂੰ ਕਰ ਦਿੱਤਾ, ਆਪਣੀ ਹਾਰਡ ਡਿਸਕ ਨੂੰ। ਹਾਰਡ ਡਿਸਕ ਨੂੰ ਫਸਟ ਬੂਟ ਡਿਵਾਈਸ ਕਰਨ ਦਾ ਮੇਰਾ ਮਤਲਬ ਕੀ ਹੈ, ਮੇਰਾ ਫਸਟ ਬੂਟ ਡਿਵਾਈਸ ਕਰਨ ਦਾ ਮੇਰਾ ਮਤਲਬ ਇਹ ਹੈ ਕਿ ਮੈਂ ਹੁਣ ਆਪਣੇ ਸਿਸਟਮ ਨੂੰ ਕਹਿਣਾ ਕਿ ਤੂੰ ਹਾਰਡ ਡਿਸਕ ਤੋਂ ਬੂਟ ਹੋ। F10 ਸੇਵ ਐਂਡ ਐਗਜ਼ਿਸਟ, ਓਕੇ। PC ਸਾਡਾ ਰੀਸਟਾਰਟ ਹੋਊਗਾ ਫਿਰ, ਔਰ ਸਾਡਾ ਸਿਸਟਮ ਸੈਕਿੰਡ ਵਾਰ ਜਦੋਂ ਰੀਸਟਾਰਟ ਹੋਊਗਾ ਉਸ ਤੋਂ ਬਾਅਦ ਉਹ ਇਸ ਟਾਈਮ ਵਿੰਡੋ ਜਿਹੜੀ ਔਨ ਹੋਈ ਹੈ, ਇਟ ਮੀਨਸ ਉਹ ਹਾਰਡ ਡਿਸਕ ਤੋਂ ਔਨ ਹੋਈ ਹੈ। ਚੈੱਕ ਕਰੋ ਸਰਕਲ
जल्दी आ गया। इट मीनस ये साडी विंडो ऑन हुई है जो साडी हार्ड डिस्क दे विच सी। देखते हैं की सैटिंग साडे तो डिमांड करता है। जो जो सैटिंग साडे तो डिमांड करूगा असीं उस सैटिंग्स नूं कन्फर्म करना है, क्योंकि विंडोज़ 10 इंस्टॉलेशन तो बाद फस्ट टाइम साडी विंडो ऑन होनी है, थोड़ा जिहा टाइम लग सकता है इस प्रोसैस नूं। असल ਦੇ ਵਿੱਚ ਇਹ ਵਾਲੇ ਪ੍ਰੋਸੈਸ ਨੂੰ ਆਪਾਂ ਤੁਹਾਨੂੰ ਡੈਸਕਟਾਪ ਰਿਕਾਰਡਿੰਗ ਸੌਫਟਵੇਅਰ ਦੇ ਨਾਲ ਵੀ ਕਰਵਾ ਸਕਦੇ ਸੀਗੇ, ਪਰ ਉਹ ਕਰਵਾਉਣ ਤੋਂ ਜਦੋਂ ਆਪਾਂ ਉਹਨੂੰ ਉਸ ਤਰ੍ਹਾਂ ਕੀਤਾ ਤੇ ਬਹੁਤ ਸਾਰੇ ਟੌਪਿਕਸ ਵਿੱਚੋਂ ਰਹਿ ਗਏ। ਇਸ ਕਰਕੇ ਆਪਾਂ ਫਾਈਨਲ ਇਹੀ ਕੀਤਾ ਕਿ ਤੁਹਾਨੂੰ ਜਿਹੜੀ ਇੰਸਟਾਲੇਸ਼ਨ ਹੈ ਉਹ ਲਾਈਵ ਕਰਵਾਈ ਜਾਵੇ ਡੈਸਕਟਾਪ ਦੇ ਸਾਹਮਣੇ ਕੈਮਰੇ ਨੂੰ ਰੱਖ ਕੇ। ਥੋੜ੍ਹੀ ਜਿਹੀ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ, ਪਰ ਮੇਰੇ ਹਿਸਾਬ ਨਾਲ ਜੇਕਰ ਤੁਸੀਂ ਮੇਰੀ ਆਵਾਜ਼ ਨੂੰ ਧਿਆਨ ਨਾਲ ਸਮਝ ਲਓ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਚੀਜ਼ ਤੁਹਾਨੂੰ ਨਾ ਸਮਝ ਲੱਗੇ। गेटिंग डिवाइस इज़ रेडी, थोड़ा टाइम लगूगा और उस तो बाद साढ़ा जी विंडो 10 है वो इंस्टॉल हो जाऊगी। 75% रेडी है, 100% रेडी हो गया, गेटिंग रेडी। विंडो 10 ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਆ ਡੈਸਕਟਾਪ ਆਉਣ ਨੂੰ, ਕਿਉਂਕਿ ਸਾਰੀਆਂ ਸੈਟਿੰਗਸ ਕਰਨ ਤੋਂ ਬਾਅਦ ਫਾਈਨਲ ਜਦੋਂ ਡੈਸਕਟਾਪ ਆਉਂਦਾ ਹੈ ਉਸ ਤੋਂ ਬਾਅਦ ਕੋਈ ਸੈਟਿੰਗਸ ਨਹੀਂ ਹੁੰਦੀ ਬੈਕਗਰਾਊਂਡ ਦੇ ਵਿੱਚ। ਲਗਭਗ ਇਹ ਸਟਾਰਟਿੰਗ ਦੇ ਵਿੱਚ ਹੀ ਸਾਰੀਆਂ ਸੈਟਿੰਗਸ ਕਰਕੇ ਡੈਸਕਟਾਪ ਨੂੰ ਰੈਡੀ ਕਰਕੇ ਤੁਹਾਡੇ ਸਾਹਮਣੇ ਰੱਖਦਾ ਹੈ। ਇਸ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਆ ਜਦੋਂ ਫਸਟ ਟਾਈਮ ਵਿੰਡੋਜ਼ 10 ਦਾ ਡੈਸਕਟਾਪ ਆਉਂਦਾ ਹੈ। ਲਓ ਜੀ, ਰੈਡੀ ਹੋਣ ਤੋਂ ਬਾਅਦ ਸਾਡਾ ਆਈਕਨ ਜਿਹੜਾ ਕਰਸਰ ਹੈ ਉਹ ਚੱਲਣ ਲੱਗ ਗਿਆ ਹੋਇਆ ਆ। ਇਟ ਮੀਨ ਸਾਡਾ ਹੁਣ ਡੈਸਕਟਾਪ ਹੀ ਆਊਗਾ। एक बार पीसी रीस्टार्ट होया, रीस्टार्ट होने तो बाद ऑटोमैटिकली आप हार्ड डिस्क फस्ट बूट डिवाइस की हुई है, इस करके विंडो 10 स्टार्ट हो गई है। पिछली बार तो साढ़े ये वाले प्रोसैस में बहुत टाइम लगा सी, क्योंकि वो फस्ट टाइम सी, इस करके टाइम लगा सका। हुण इन्ना टाइम नहीं लगूगा। ਜਦੋਂ ਇੱਕ ਵਾਰੀ ਸਾਡਾ ਡੈਸਕਟਾਪ ਸਾਨੂੰ ਦਿਖ ਗਿਆ ਉਸ ਤੋਂ ਬਾਅਦ ਸਾਨੂੰ ਇੰਨਾ ਟਾਈਮ ਨਹੀਂ ਲੱਗੂਗਾ, ਪਰ ਜਦੋਂ ਇੱਕ ਵਾਰੀ ਸਾਰਾ ਸਿਸਟਮ ਰੀਫਰੈਸ਼ ਹੁੰਦਾ ਹੈ, ਸਾਰੀਆਂ ਰਜਿਸਟਰੀਆਂ ਸੈਟਿੰਗਸ ਕੀਤੀਆਂ ਜਾਂਦੀਆਂ, ਡੈਸਕਟਾਪ ਸੈੱਟ ਕੀਤਾ ਜਾਂਦਾ ਆ, A to Z ਸਿਸਟਮ ਦੁਆਰਾ ਸਾਰੀਆਂ ਸੈਟਿੰਗਸ ਕੀਤੀਆਂ ਜਾਂਦੀਆਂ ਆ, ਉਹਦੇ 'ਚ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗਦਾ ਆ। Just a moment. जेकर तुसी ओवरऑल विंडो 10 की इंस्टॉलेशन देखो, तुहानू ज़्यादा कुछ करना नहीं पैंदा, वेट ज़्यादा करना पैंदा। सैटिंग्स तो बहुत घट है। एक सब तो इंपॉर्टेंट सैटिंग सिर्फ वही सी जो आप विंडो हार्ड डिस्क दियाँ पार्टिशनां नू तोड़िया और बनाया। पर इस गल नू बहुत ध्यान रखण योग है कि जेकर असी अपने चलते हुए कंप्यूटर दे विच विंडो रीइंस्टॉल करनी है, उस कंडीशन च आपां सिर्फ उही पार्टिशन डिलीट करनी है जिहदे विच विंडो है। जेकर आप गलती दे नाल अपनी
कोई होर ड्राइव नू फॉर्मेट मारता या डिलीट कर देता, उस कंडीशन च साड़ी उस ड्राइव का सारा डाटा लॉस हो जाना। इस करके बहुत जरूरी है कि तुसी ਜਦੋਂ ਆਪਾਂ ਪਾਰਟੀਸ਼ਨ ਨੂੰ ਡਿਲੀਟ ਕਰਨਾ ਆ, ਬਹੁਤ ਧਿਆਨ ਦੇ ਨਾਲ ਦੇਖਣਾ ਵੀ ਆਪਾਂ ਕਿਹੜੀ ਡਰਾਈਵ ਨੂੰ ਫਾਰਮੈਟ ਮਾਰ ਰਹੇ ਹਾਂ ਜਾਂ ਕਿਹੜੀ ਡਰਾਈਵ ਨੂੰ ਆਪਾਂ ਡਿਲੀਟ ਕਰ ਰਹੇ ਹਾਂ। ਇਹ ਤੋਂ ਇਲਾਵਾ ਤਾਂ ਕੋਈ ਇੰਨੀਆਂ ਜ਼ਿਆਦਾ ਸੈਟਿੰਗਸ ਨਹੀਂ ਹੈਗੀਆਂ। ਇੱਕ ਸਿਰਫ ਬਾਇਓਸ ਦੀਆਂ ਸੈਟਿੰਗਸ ਨੂੰ ਤੁਹਾਨੂੰ ਚੰਗੀ ਤਰ੍ਹਾਂ ਦੇਖਣਾ ਪੈਣਾ। ਜੇਕਰ ਬਾਇਓਸ ਦੀਆਂ ਸੈਟਿੰਗਸ ਨੂੰ ਤੁਹਾਨੂੰ ਚੰਗੀ ਤਰ੍ਹਾਂ ਦੇਖਣਾ ਆ ਗਿਆ ਔਰ ਹਾਰਡ ਡਿਸਕ ਦੀਆਂ ਪਾਰਟੀਸ਼ਨ ਤੁਹਾਨੂੰ ਸਮਝ ਲੱਗ ਗਈਆਂ, ਤੇ ਮੈਨੂੰ ਲੱਗਦਾ ਕੋਈ ਜ਼ਿਆਦਾ ਔਖਾ ਨਹੀਂ ਹੈ ਵਿੰਡੋ 10 ਜਾਂ ਵਿੰਡੋ 7 ਦੀ ਇੰਸਟਾਲੇਸ਼ਨ। ਈਵਨ ਵਿੰਡੋ XP ਦੀ ਇੰਸਟਾਲੇਸ਼ਨ ਵੀ ਬਹੁਤ ਈਜ਼ੀ ਹੈ ਜੇਕਰ ਤੁਹਾਨੂੰ ਬਾਇਓਸ ਦੀ ਸੈਟਿੰਗ ਤੇ ਡਰਾਈਵ ਬਣਾਉਣੀਆਂ ਤੁਹਾਨੂੰ ਆ ਜਾਣ ਤਾਂ। ਇਸ ਤੋਂ ਬਾਅਦ ਸਾਡੇ ਸਿਸਟਮ ਦਾ ਡੈਸਕਟਾਪ ਆ ਜਾਊਗਾ। ਜਸਟ ਅ ਮੋਮੈਂਟ। ਲਓ ਜੀ, ਇੰਡੀਆ ਦੈਨ ਯੈਸ, ਆਪਾਂ ਕੀਬੋਰਡ ਕਿਹੜਾ ਆ, ਇੰਗਲਿਸ਼ ਆ ਇੰਡੀਆ ਦਾ, ਯੈਸ। ਆਪਾਂ ਇਹਨੂੰ ਸਕਿਪ ਕਰ ਦਿੰਦੇ ਹਾਂ। ਆਪਾਂ ਇੱਥੇ ਨਾਮ ਰੋਹਿਤ ਇੰਸਟਾਲ ਕਰ ਲੈਂਦੇ ਭਰ ਲੈਂਦੇ ਹਾਂ। ਦੈਨ ਨੈਕਸਟ ਪਾਸਵਰਡ ਮੈਂ 1 2 3 ਕਰ ਦਿੰਦਾ। ਆਪਾਂ ਇਹਨੂੰ ਇੱਕ ਵਾਰੀ ਅਨਹਾਈਡ ਕਰਕੇ ਵੀ ਦੇਖ ਲੈਂਦੇ ਹਾਂ 1 2 3। ਦੈਨ ਨੈਕਸਟ। ਕਈ ਵਾਰ ਗਲਤ ਪਾਸਵਰਡ ਭਰ ਹੋ ਜਾਂਦਾ, ਇਸ ਕਰਕੇ ਸਾਨੂੰ ਉਹਨੂੰ ਅਨਹਾਈਡ ਕਰਕੇ ਦੇਖ ਲੈਣਾ ਚਾਹੀਦਾ ਇੱਕ ਵਾਰੀ। 1 2 3 ਨੈਕਸਟ। ਪਾਸਵਰਡ ਹਿੰਟ 1 2 3 ਹਿੰਟ ਵੀ ਮੈਂ ਦੇ ਦਿੱਤਾ। 1 माइनस 3 यानी कि 1 तो 3। यस एक्सेप्ट। नैचुरल मैनू हर एक एग्री मैनू एक्सेप्ट करना ही पऊगा। इस तो बाद सीधा साडा डेस्कटॉप सानू शो हो जाऊगा। कह रहा दिस माइट टेक सेवरल मिनट्स, डू नॉट टर्न ऑफ योर PC। थोड़ा टाइम लग सकता है इस प्रोसैस में भी, पर इन्ना ज़्यादा टाइम नहीं लगता होंगे क्योंकि साडे सिस्टम के हार्ड डिस्क भी इस टाइम वधिया कंडीशन च है, रैम भी बहुत वधिया आ, मदरबोर्ड भी सही है, प्रोसैसर भी ठीक है। ये सारा कुछ ठीक होने का मतलब है कि इस प्रोसैस में इन्ना टाइम ज़्यादा नहीं लगूगा। ਲੈਟਸ ਸਟਾਰਟ। ਲਓ ਜੀ, ਜਿਹੜੀ ਚੀਜ਼ ਨੂੰ ਆਪਾਂ ਦੇਖਣ ਦੇ ਲਈ ਤਰਸਦੇ ਪਏ ਸੀਗੇ, ਯਾਨੀ ਕਿ ਡੈਸਕਟਾਪ ਸਾਡੇ ਸਾਹਮਣੇ ਡੈਸਕਟਾਪ ਆ ਗਿਆ ਹੋਇਆ ਵਿੰਡੋ 10 ਦਾ। ਇਟ ਮੀਨਸ ਸਾਡੇ ਤੋਂ ਵਿੰਡੋ 10 ਪ੍ਰੋਪਰ ਇੰਸਟਾਲ ਹੋ ਗਈ ਹੈ। ਹੁਣ ਜਦੋਂ ਆਪਾਂ ਵਿੰਡੋ 10 ਸਾਡੀ ਸਕਰੀਨ ਸਾਡੇ ਸਾਹਮਣੇ ਆ ਗਈ ਆ, ਸਾਡੇ ਸਾਹਮਣੇ ਪ੍ਰੋਪਰ ਆਈਕਨ ਨਹੀਂ ਆ ਰਹੇ, ਜਿੱਦਾਂ ਮਾਈ ਕੰਪਿਊਟਰ ਦਾ ਆਈਕਨ ਨਹੀਂ ਆ ਰਿਹਾ, ਰੀਸਾਈਕਲ ਬਿਨ ਦਾ ਹੈਗਾ, ਮਾਈ ਨੈਟਪਲੇਸ ਦਾ ਆਈਕਨ ਨਹੀਂ ਆ ਰਿਹਾ। ਇਹ ਸਾਰੇ ਆਈਕਨ ਨੂੰ ਆਪਾਂ ਕਿੱਥੋਂ ਔਨ ਕਰ ਸਕਦੇ ਹਾਂ? ਆਪਾਂ ਡੈਸਕਟਾਪ ਦੇ ਉੱਤੇ ਰਾਈਟ ਕਲਿੱਕ ਕਰਨਾ, ਪਰਸਨਲਾਈਜ਼ ਦੇ ਉੱਤੇ ਕਲਿੱਕ ਕਰਨਾ, ਪਰਸਨਲਾਈਜ਼ ਦੇ ਉੱਤੇ ਕਲਿੱਕ ਕਰਕੇ ਆਪਾਂ ਥੀਮ ਦੇ ਉੱਤੇ ਜਾਣਾ। ਥੀਮ ਦੇ ਉੱਤੇ ਜਾ ਕੇ
ਆਪਾਂ ਡੈਸਕਟਾਪ ਆਈਕਨ ਸੈਟਿੰਗਸ ਦੇ ਉੱਤੇ ਜਾਣਾ। ਆਪਾਂ ਇਹ ਸਾਰੇ ਡੈਸਕਟਾਪ ਦੇ ਆਈਕਨਸ ਹੈ ਜਿਹੜੇ ਹਾਈਡ ਹੁੰਦੇ ਆ ਬਾਈ ਡਿਫਾਲਟ ਬੰਦ ਹੁੰਦੇ ਆ, ਆਪਾਂ ਇਹਨਾਂ ਸਾਰਿਆਂ ਨੂੰ ਔਨ ਕਰ ਦੇਣਾ। ਜਦੋਂ ਆਪਾਂ ਦੇਖਾਂਗੇ ਸਾਡੇ ਡੈਸਕਟਾਪ ਦੇ ਸਾਰੇ ਆਈਕਨ ਸਾਡੇ ਸਾਹਮਣੇ ਆ ਗਏ। ਹੁਣ ਆਪਾਂ ਦਿਸ ਕੰਪਿਊਟਰ ਦੇ ਉੱਤੇ ਰਾਈਟ ਕਲਿੱਕ ਕਰਕੇ ਪ੍ਰੋਪਰਟੀ 'ਚ ਗਏ। ਪ੍ਰੋਪਰਟੀ 'ਚ ਜਾ ਕੇ ਆਪਾਂ ਡਿਵਾਈਸ ਮੈਨੇਜਰ 'ਚ ਗਏ। ਸਾਨੂੰ ਇੱਥੋਂ ਇਹ ਪਤਾ ਲੱਗੂਗਾ ਕਿ ਇਹ ਸਿਸਟਮ ਦੇ ਵਿੱਚ ਕਿੰਨੇ ਡਰਾਈਵਰ ਇੰਸਟਾਲ ਹੈਗੇ ਆ, ਕਿੰਨੇ ਡਰਾਈਵਰ ਇੰਸਟਾਲ ਨਹੀਂ। ਇਸ ਟਾਈਮ ਦੇਖੋ ਕੋਈ ਵੀ ਇੱਦਾਂ ਦਾ ਡਰਾਈਵਰ ਹੈ ਜੇ ਨਹੀਂ ਹੈਗਾ ਜਿਹ 'ਤੇ ਯੈਲੋ ਦਾ ਸਾਈਨ ਹੋਵੇ। ਯੈਲੋ ਦਾ ਸਾਈਨ ਕਿਸ ਤਰ੍ਹਾਂ ਆਉਂਦਾ ਮੈਂ ਤੁਹਾਨੂੰ ਦਿਖਾਉਂਦਾ। ਮੈਂ ਇੱਕ ਇਹਦੇ ਨਾਲ ਡੋਂਗਲ ਅਟੈਚ ਕਰਨ ਲੱਗਾ ਹਾਂ। ਡੋਂਗਲ ਅਟੈਚ ਕਰਨ ਦਾ ਮਤਲਬ ਇਹ ਹੈ ਕਿ ਮੈਂ ਹਾਰਡਵੇਅਰ ਕੋਈ ਨਾਲ ਅਟੈਚ ਕਰਨ ਲੱਗਾ ਹਾਂ। ਜਦੋਂ ਅਸੀਂ ਕੋਈ ਇੱਦਾਂ ਦਾ ਹਾਰਡਵੇਅਰ ਨਾਲ ਅਟੈਚ ਕਰਦੇ ਹਾਂ ਜਿਹਦੇ ਡਰਾਈਵਰ ਵਿੰਡੋ 10 ਦੇ ਵਿੱਚ ਨਹੀਂ ਹੈਗੇ, ਉਸ ਕੰਡੀਸ਼ਨ ਦੇ ਵਿੱਚ ਉੱਥੇ ਯੈਲੋ ਸਾਈਨ ਆ ਜਾਊਗਾ। ਇੱਕ ਵਾਰ ਦੇਖਦੇ ਹਾਂ ਆਪਾਂ ਇਸ ਡਿਵਾਈਸ ਨੂੰ ਨਾਲ ਲਗਾ ਕੇ ਦੇਖਦੇ ਹਾਂ। ਚੈੱਕ ਕਰੋ, ਆਪਾਂ ਵਾਈਫਾਈ ਅਡੈਪਟਰ ਲਗਾਇਆ ਆ, ਉਹਦੇ ਅੱਗੇ ਇੱਕ ਸਾਈਨ ਆਫ ਇੰਟਰੋਗੇਸ਼ਨ ਦਾ ਯੈਲੋ ਸਾਈਨ ਆ ਗਿਆ ਹੈ ਨਾ। ਇਹ ਸਾਈਨ ਦਾ ਸਾਫ਼ ਮਤਲਬ ਹੁੰਦਾ ਆ ਕਿ ਇਹਦੇ ਜਿਹੜਾ ਡਰਾਈਵਰ ਹੈ ਉਹ ਨਹੀਂ ਭਰੇ ਗਏ। ਕਲੀਅਰ ਹੈ। ਜੇਕਰ ਆਪਣੇ ਕੋਲ ਡਰਾਈਵਰ ਨਹੀਂ ਭਰੇ ਗਏ ਉਸ ਕੰਡੀਸ਼ਨ ਦੇ ਉੱਤੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜੇਕਰ ਡਰਾਈਵਰ ਦੀ ਕੋਈ ਦਿੱਕਤ ਆ ਜਾਵੇ ਤਾਂ ਆਪਾਂ ਨੇ ਕੋਈ ਇੱਕ ਸੌਫਟਵੇਅਰ ਹੁੰਦਾ ਆਇਓਬਿਟ ਡਰਾਈਵਰ ਬੂਸਟਰ। ਠੀਕ ਹੈ, ਹੁਣ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦਾ ਕਿ ਆਪਾਂ ਆਇਓਬਿਟ ਡਰਾਈਵਰ ਬੂਸਟਰ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਆ। ਮੇਰੇ ਕੋਲ ਇਸ ਟਾਈਮ ਇਹ ਆਇਓਬਿਟ ਡਰਾਈਵਰ ਬੂਸਟਰ ਪੈਨ ਡਰਾਈਵ ਦੇ ਵਿੱਚ ਹੈਗਾ ਆ। ਮੈਂ ਇਹਨੂੰ ਇੰਸਟਾਲ ਕਰਨ ਲੱਗਾ। ਦੇਖੋ ਕੋਈ ਇਹਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜੂ ਕਿਸੇ ਸੌਫਟਵੇਅਰ ਨੂੰ ਆਪਾਂ ਇੰਸਟਾਲ ਕਿੱਦਾਂ ਕਰੀਦਾ ਆ। ਆਪਾਂ ਆਪਣੇ ਮਾਈ ਕੰਪਿਊਟਰ ਆਈਕਨ ਦੇ ਵਿੱਚ ਗਏ, ਯਾਨੀ ਕਿ ਦਿਸ ਕੰਪਿਊਟਰ ਦੇ ਆਈਕਨ 'ਚ ਗਏ। ਉਸ ਤੋਂ ਬਾਅਦ ਜਿਹੜੀ ਆਪਾਂ ਪੈਨ ਡਰਾਈਵ ਲਗਾਈ ਹੈ ਉਹ ਤੁਹਾਨੂੰ ਇੱਥੇ ਸ਼ੋ ਹੋਣੀ ਚਾਹੀਦੀ ਹੈ। ਲਓ ਜੀ, ਸ਼ੋ ਹੋ ਗਈ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਇਓ ਡਰਾਈਵਰ ਬੂਸਟਰ ਦਾ ਆਈਕਨ ਤੁਹਾਡੇ ਸਾਹਮਣੇ ਹੈ। ਆਇਓ ਡਰਾਈਵਰ ਬੂਸਟਰ ਆਪਾਂ ਪ੍ਰੋ ਦੇ ਉੱਤੇ ਕਲਿੱਕ ਕੀਤਾ। ਡਰਾਈਵਰ ਪੋਰਟੇਬਲ ਦੇ ਉੱਤੇ ਆਪਾਂ ਕਲਿੱਕ ਕਰਾਂਗੇ ਤੇ ਸਾਡਾ ਚੱਲਣਾ ਚਾਹੀਦਾ। ਪੋਰਟੇਬਲ ਦਾ ਹੁੰਦਾ ਕਿ ਇਹਨੂੰ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਡਾਇਰੈਕਟ ਚੱਲ ਪਊਗਾ ਸੌਫਟਵੇਅਰ। ਪਰ ਇੰਸਟਰਕਸ਼ਨ ਦੇ ਵਿੱਚ ਜਾ ਕੇ ਸਾਡੇ ਕੋਲ ਇਹਦੀ ਪ੍ਰੋਡਕਟ ਕੀ ਹੋਊਗੀ, ਆ ਦੇਖੋ ਪ੍ਰੋਡਕਟ ਕੀ ਹੈਗੀ ਸਾਡੇ ਤੋਂ। ਆਪਾਂ ਇਸ ਪ੍ਰੋਡਕਟ ਕੀ ਨੂੰ ਕਾਪੀ ਕਰ ਲਿਆ। ਕਾਪੀ ਕਰਕੇ ਆਪਾਂ ਐਂਟਰ ਲਾਇਸੈਂਸ ਉੱਤੇ ਕਲਿੱਕ ਕੀਤਾ। ਚੈਕਿੰਗ ਹੋ ਰਹੀ ਹੈ, ਥੋੜਾ ਟਾਈਮ ਲੱਗੂਗਾ। ਇਹ ਹੁਣ ਇਸ ਟਾਈਮ ਹੀ ਚੈੱਕ ਕਰ ਰਿਹਾ ਕਿ ਤੁਹਾਡੇ ਸਿਸਟਮ ਦੇ ਵਿੱਚ ਕਿਹੜੇ ਡਰਾਈਵਰ ਹੈਗੇ ਆ, ਕਿਹੜੇ ਨਹੀਂ ਹੈਗੇ, ਕਿਹੜੇ ਅਪ ਟੂ ਡੇਟ ਹੈ, ਕਿਹੜੇ ਅਪ ਟੂ ਡੇਟ ਨਹੀਂ ਹੈਗੇ। ਆਪਾਂ ਐਂਟਰ ਲਾਇਸੈਂਸ ਦੇ ਉੱਤੇ ਕਲਿੱਕ ਕੀਤਾ। ਇੱਥੇ ਆਪਾਂ ਪ੍ਰੋਡਕਟ ਕੀ ਨੂੰ ਪੇਸਟ ਕਰ ਦਿੱਤਾ। ਦੈਨ ਐਕਟੀਵੇਟ। ਦੇਖੋ the license has been activated successfully, then okay। ਹੁਣ ਆਪਾਂ ਇਹਦੇ ਵਿੱਚ ਇੰਟਰਨੈਟ ਚਲਾਉਣ ਲੱਗੇ ਹਾਂ। ਮੇਰਾ ਕੋਲ ਕਨੈਕਟ ਦਾ ਬ੍ਰੌਡਬੈਂਡ ਹੈ ਵਾਈਫਾਈ। ਮੈਂ ਆਪਣੇ ਵਾਈਫਾਈ ਦਾ ਪਾਸਵਰਡ ਭਰਿਆ, ਦੈਨ ਨੈਕਸਟ ਕਰ ਦਿੱਤਾ, ਦੈਨ ਯੈਸ। ਜੇਕਰ ਵਾਈਫਾਈ ਦਾ ਪਾਸਵਰਡ ਸਹੀ ਹੋਊਗਾ ਤੇ ਕਨੈਕਟ ਹੋ ਜਾਊਗਾ। ਚੈੱਕ ਕਰੋ ਕਨੈਕਟਡ ਆ ਗਿਆ। ਹੁਣ ਆਪਾਂ ਦੁਬਾਰਾ ਇਹਨੂੰ ਸਕੈਨ ਕਰਦੇ ਹਾਂ। ਸਕੈਨ ਕਰਨ ਦਾ ਮਤਲਬ ਹੈ ਕਿ ਜਿਹੜੇ ਡਰਾਈਵਰ ਇੰਸਟਾਲ ਹੈ ਉਹਦੀ ਵੀ ਜਾਣਕਾਰੀ ਸਾਨੂੰ ਦੇ ਦੇ, ਜਿਹੜੇ ਡਰਾਈਵਰ ਨਹੀਂ ਉਹਦੀ ਵੀ ਜਾਣਕਾਰੀ ਦੇ ਦੇ, ਕਿਹੜੇ ਡਰਾਈਵਰ ਇੰਸਟਾਲ ਹੈ ਬਟ ਅਪਡੇਟਡ ਨਹੀਂ ਹੈ, ਯਾਨੀ ਕਿ ਅਪ ਟੂ ਡੇਟ ਨਹੀਂ ਹੈ, ਉਹਦੀ ਵੀ ਸਾਨੂੰ ਸਾਰੀ ਜਾਣਕਾਰੀ ਦੇ ਦੇ। ਲਓ ਜੀ, ਹੁਣ ਟੋਟਲ 8 ਡਰਾਈਵਰ ਇਹਨੂੰ ਇੱਦਾਂ ਦੇ ਲੱਗੇ ਜਿਹੜੇ ਅਪ ਟੂ ਡੇਟ ਜਾਂ ਇੰਸਟਾਲ ਨਹੀਂ ਹੈ। ਠੀਕ ਹੈ, ਵੈਸੇ ਜ਼ਿਆਦਾਤਰ ਜਿਹੜੇ ਡਰਾਈਵਰ ਆਏ ਆ ਉਹ ਇਹੀ ਆਇਆ ਕਿ ਅਪ ਟੂ ਡੇਟ ਨਹੀਂ ਹੈ। ਵੈਸੇ ਡਰਾਈਵਰ ਕਹਿੰਦਾ ਸਾਰੇ ਹੈਗੇ ਆ ਪਰ ਅਪ ਟੂ ਡੇਟ ਨਹੀਂ ਹੈ। ਆਪਾਂ ਅਪਡੇਟ ਨਾਓ ਤੇ ਕਲਿੱਕ ਕਰਦੇ ਹਾਂ, ਦੈਨ ਓਕੇ ਕਰਦੇ ਹਾਂ। ਥੋੜਾ ਜਿਹਾ ਟਾਈਮ ਲੱਗੂਗਾ ਬਟ ਇਸ ਤੋਂ ਬਾਅਦ ਸਾਡੇ ਸਿਸਟਮ ਦੇ ਵਿੱਚ ਜਿੰਨੇ ਵੀ ਡਰਾਈਵਰ ਹੈਗੇ ਆ ਉਹ ਸਾਰੇ ਦੇ ਸਾਰੇ ਅਪਡੇਟ ਹੋ ਜਾਊਗੇ। ਬਹੁਤ ਹੀ ਸ਼ਾਨਦਾਰ ਤਰੀਕਾ ਆ
ड्राइवर बूस्टर 4.1 इस टाइम जो तुहाडे सामने ड्राइवर इंस्टॉलेशन हो रही है ये ड्राइवर बूस्टर दे नाल हो रही है। और चैक करो इस टाइम आ स्पीड आ रही है इंटरनेट की, इन्ने MB का डाटा डाउनलोड होना, 135.24 MB का डाटा डाउनलोड होना और टोटल 19.85 MB का डाटा डाउनलोड हो चुका है। ਇਹਦਾ मतलब यही है कि इस टाइम ਜਿਹੜੇ ड्राइवर इंस्टॉल हो रहे हैं वो इंटरनेट तो हो रहे। हाले डाउनलोडिंग हो रही है, इस तो बाद इंस्टॉलेशन हो। मैं ऑटोमैटिकली रीबूट PC कर देता, कहना मतलब जेकर ड्राइवर इंस्टॉलेशन हो जाए उस तो बाद मेरा PC एक बारी ऑटोमैटिकली रीस्टार्ट हो जाए, क्योंकि ड्राइवर प्रॉपर काम रीस्टार्ट तो बाद ही करते हैं। चलो मैं तुहानूं दसदा थोड़ी देर। हाँ चलो मैं दस देता हूँ, मैं तुहानूं दसदा। देखो लगभग 69% जी डाउनलोडिंग वो कंप्लीट हो गई है। तुसी एक गल नोटिस करियो, पहला यही विंडो तुहानूं बहुत वड्डी दिखाई दे रही थी, हुण छोटी हो गई है क्योंकि ये जिहड़े डिस्पले के ड्राइवर है वो प्रॉपर इंस्टॉल हो गए। आपां चैक करो, देखो पहला दी क्वालिटी तो हुण दी क्वालिटी च तुहानूं बहुत फर्क दिखूगा, क्योंकि पहला ड्राइवर इंस्टॉल सी पर प्रॉपर इंस्टॉल नहीं सी, वो कंपैटिबल ड्राइवर होंदे आ। हुण जिहड़े ड्राइवर इंस्टॉल होए आ वो एकदम सही मायने दे विच ड्राइवर इंस्टॉल होए। साउंड भी प्रॉपर चलूगा, तुहाडे डिस्पले भी प्रॉपर आऊगियां, तुहाडियां वीडियोज़ भी एकदम शानदार चलूगियां, तुहाडा इंटरनेट भी एकदम सही चलूगा। इट मीनस ये सारा कुछ सही चलण दे लई बहुत जरूरी है कि जिहड़े तुहाडे जिहड़े ड्राइवर है वो एकदम सही होण। और ਉਹਦੇ ਲਈ ड्राइवर बूस्टर 4.1 प्रो का मैं यूज़ किया है। ये नाल ये जरूरी नहीं है कि मेरे को इस टाइम CD होनी चाहिए है, मेरे को ये प्रॉपर ड्राइवर होने चाहिए है, ना मैं जस्ट इंटरनेट नूं चलाया अपने कंप्यूटर के उत्ते और इस सॉफ्टवेयर नूं रन करके उन्हें ऑटोमैटिकली उन्होंने एनालाइज किया किहड़े-किहड़े ड्राइवर हैगे आ, किहड़े-किहड़े ड्राइवर नहीं हैगे। ज़्यादातर ड्राइवर कंपैटिबल सीगे पर वो अप टू डेट नहीं सी, इट मीनस वो प्रॉपर काम नहीं कर रहे सी। 8 ड्राइवर सीगे। हुण आपां इंटरनेट की मदद दे नाल और IOBIT ड्राइवर बूस्टर की मदद दे नाल आपां इस सिस्टम दे विच सारे ड्राइवर प्रॉपर इंस्टॉल करते पे। बहुत जरूरी है, आपां कई बार कह दिंदे कि यार मेरे लैपटॉप दे विच साउंड प्रॉपर नहीं चलता, इंटरनेट सही नहीं चलता, यार वीडियो नहीं सही चलदियां, पिक्चर्स सही नहीं खुलदियां। उहदे पिछे सिर्फ इक्को ही कारण हुंदा, वो कारण की है कि साडे सिस्टम दे विच ड्राइवर प्रॉपर इंस्टॉल नहीं है। जेकर तुहाडे सिस्टम दे विच ड्राइवर होण ते बहुत सारियां प्रॉब्लम्स जिहड़ियां तुहानूं आंदियां पईयां आ, जिन्हों आपां ट्रबल शूटिंग दे विच भी डिस्कस करांगे, मैनूं लगदा वो प्रॉब्लम्स ना आन। इस करके बहुत जरूरी है कि आफ्टर इंस्टॉलेशन ऑफ विंडो तुहानूं ड्राइवर सही इंस्टॉल करने बनदे आ। जेकर ऑलरेडी इंस्टॉल हैगे भी है तां भी तुहानूं करने बनदे। हुण डाउनलोडिंग कंप्लीट हो गई है, इंस्टॉलेशन शुरू हो गई है। लगभग 28 तो 30 मिनट की कंप्लीट वीडियो बनूगी, पर इस पूरी वीडियो दे विच तुहानूं ये पता लग जूगा कि आपां विंडोज़ 10 इंस्टॉल किद्दां करनी है, उहदे ड्राइवर किद्दां इंस्टॉल करने हैं ते उहदियां जिहड़ियां होर सैटिंग्स है, जिहड़ियां छोटियां मोटियां सैटिंग्स है, वो आपां किद्दां करनी है। सेम इसी तरीके नाल जेकर आप विंडो XP भरते हैं या विंडो 10 भरते हैं या विंडो 7 भरते हैं, सॉरी 10 तो आप भरते पे हैं, जे आप विंडो XP भरी हो या विंडो 7 भरी हो, सेम वो भी जो आप XP या 7 इंस्टॉलेशन कर ली है उस तो बाद ड्राइवर बूस्टर इंस्टॉल करो अपने लैपटॉप या कंप्यूटर के वाईफाई डोंगल के नाल इंटरनेट चलाओ। इंटरनेट चला के तुसीं अपने सिस्टम के विच बिना CD तो सारे ड्राइवर भर सकते हो। मैं थोड़ी देर लिए वीडियो पॉज करन लगा, जो प्रोसैस कंप्लीट हो जाऊगा उस तो बाद मैं तुहानूं थोड़ा दिखा दूंगा कि सारे ड्राइवर साढ़े भर गए हैं और सारे ड्राइवर साढ़े अप टू डेट है।
लगभग 70% इंस्टॉलिंग हो गया है। मैं कुछ नहीं किया, ऑटोमैटिक प्रोसैस है, यानी कि जो ड्राइवर स्कैन किए आप अपडेट नाउ तो क्लिक किया, उस तो बाद उन्हें सारे ड्राइवर पहला डाउनलोड करने हैं, फिर एक एक करके उन्होंने इंस्टॉल करना है। चेक करो थले इतने लिख के आ रहा है विंडो इज़ एक्टिवेटेड। विंडो इज़ एक्टिवेटेड का मतलब है कि इस टाइम ये विंडो एक्टिवेट है। ड्राइवर जी इंस्टॉलेशन है, ਜਿਹੜੇ ਮੇਨ ड्राइवर होंगे मैं तुहानूं थोड़ा दस देना। एक होंदा VGA वीडियो ग्राफिक अडैप्टर, एक होंदा चिपसैट दे, एक होंदे साउंड दे, और चौथे नंबर के उत्ते जिहड़े ड्राइवर होंदे आ वो होंदे आ लैंड कार्ड दे, जिथों साडा लोकल एरिया नैटवर्क के थ्रू इंटरनेट चलता है। जेकर ये चार ड्राइवर साडे प्रॉपर होण तो सानूं कोई दिक्कत नहीं आती। उस तो इलावा भी साढ़े को USB ਜਾਂ होर SM बस कंट्रोलर इदां दे बहुत सारे ड्राइवर होंदे आ, पर जिहड़े सानूं मोस्टली जिहड़े सानूं तंग करदे ज़्यादा ये चार ड्राइवर सानूं होने चाहिए आ हर चीज़ चलाउण दे लई। लगभग 87% इंस्टॉलेशन कंप्लीट हो गई है। थोड़ा टाइम होर लगूगा तो साढ़े ड्राइवर इंस्टॉल हो जाऊगे। और मैं ऑलरेडी ऑटोमैटिक रीबूट PC ਦੇ ਉੱਤੇ ਟਿਕ ਮਾਰਿਆ ਆ। ਇਹਦਾ ਮਤਲਬ ਜਦੋਂ ਸਾਡੇ PC ਸਾਡੇ ਸਾਰੇ ਡਰਾਈਵਰ ਇੰਸਟਾਲ ਹੋ ਗਏ ਉਸ ਤੋਂ ਬਾਅਦ ਸਾਡਾ ਜਿਹੜਾ IOBIT ਡਰਾਈਵਰ ਬੂਸਟਰ ਹੈ ਉਹਨੇ ਸਾਡਾ ਜਿਹੜਾ PC ਹੈ ਉਹ ਰੀਸਟਾਰਟ ਕਰ ਦੇਣਾ ਆ। ਰੀਸਟਾਰਟ ਕਰਨ ਦਾ ਮਤਲਬ ਇਹ ਹੋ ਗਿਆ ਕਿ ਸਾਡੇ ਸਾਰੇ ਡਰਾਈਵਰ ਇੰਸਟਾਲ ਹੋ ਗਏ, ਜਿਹੜੇ ਅਪ ਟੂ ਡੇਟ ਨਹੀਂ ਸੀ ਉਹ ਅਪ ਟੂ ਡੇਟ ਹੋ ਗਏ। 4% ਪੈਂਡਿੰਗ ਹੈ इंस्टॉलेशन। कंप्लीट ये ਜਿਹੜੇ ड्राइवर है ये आफ्टर रीबूट कंप्लीट होने हैं। लो जी ओके रीबूट इट मीनस PC आप रीस्टार्ट करता। रीस्टार्ट करन तो बाद साडे माई दिस PC के उत्ते राइट क्लिक करके आप प्रॉपर्टी च आवांगे, डिवाइस मैनेजर च आवांगे। उस तो बाद डिवाइस मैनेजर च आके देखांगे कि जिन्ने भी ड्राइवर उस दी लिस्ट विच हैगे आ कि वो सारे ड्राइवर साडे तो इंस्टॉल हैगे आ कि नहीं हैगे। हुण PC साडा रीस्टार्ट होकर ऑन हो जाऊगा, फिर ਆਪਾਂ ਤੁਹਾਨੂੰ ਦਿਖਾਉਂਦੇ ਹਾਂ कि सारे ड्राइवर ਇਹ 'ਚ इंस्टॉल हैगे कि नहीं हैगे। ਹੁਣ ਸਾਡੇ ਤੋਂ रोहित नाम का यूज़र ਸਾਡੇ ਸਾਹਮਣੇ ਆ ਗਿਆ ਹੋਇਆ ਆ। ਹੁਣ ਆਪਾਂ ਇਹਦੇ ਵਿੱਚ ਆਪਣਾ ਪਾਸਵਰਡ ਭਰਾਂਗੇ 1 2 3। ਡੈਸਕਟਾਪ ਆਉਣ ਤੋਂ ਬਾਅਦ ਆਪਾਂ ਇਸ ਕੰਪਿਊਟਰ ਦੇ ਉੱਤੇ ਰਾਈਟ ਕਲਿੱਕ ਕਰਾਂਗੇ। ਰਾਈਟ ਕਲਿੱਕ ਕਰਕੇ ਆਪਾਂ ਪ੍ਰੋਪਰਟੀ 'ਚ ਜਾਵਾਂਗੇ। ਪ੍ਰੋਪਰਟੀ 'ਚ ਜਾ ਕੇ ਆਪਾਂ ਜਿਸ ਕੰਪਿਊਟਰ ਦੇ ਉੱਤੇ ਰਾਈਟ ਕਲਿੱਕ ਕਰਕੇ ਪ੍ਰੋਪਰਟੀ ਜਾ ਕੇ ਆਪਾਂ ਡਿਵਾਈਸ ਮੈਨੇਜਰ ਦੇ ਉੱਤੇ ਕਲਿੱਕ ਕਰਾਂਗੇ। ਜਦੋਂ ਆਪਾਂ ਡਿਵਾਈਸ ਮੈਨੇਜਰ ਦੇ ਉੱਤੇ ਕਲਿੱਕ ਕਰਾਂਗੇ ਸਾਡੇ ਕੋਲ सारे ड्राइवर की लिस्ट आ जाऊगी। चेक करो सारे ड्राइवर की लिस्ट आ गई, कोई येलो साइन नहीं है। जेकर तुम डिस्पले अडैप्टर के उत्ते भी क्लिक करोगे प्रॉपर डिस्पले अडैप्टर का नाम आया इंटेल RG41 एक्सप्रैस चिपसेट। ਇਹਦਾ मतलब ये सारे ड्राइवर प्रॉपर इंस्टॉल हो गए हैं, सही तरह इस टाइम साडे सिस्टम चल पिया है। ਮੈਨੂੰ ਲੱਗਦਾ कि ਤੁਹਾਨੂੰ सारा कुछ समझ लग गया होगा। ਹੁਣ मैं ਤੁਹਾਨੂੰ ਇਹਦੇ ਵਿੱਚ ਇੱਕ ਹੋਰ ਚੀਜ਼ ਕਰਾਣੀ ਹੈ, ਸਿਰਫ ਉਹ ਕਰਾਣੀ ਹੈ ਕਿ ਇਹਦੇ ਵਿੱਚ ਆਪਾਂ MS ऑफिस ਇੰਸਟਾਲ ਕਿੱਦਾਂ ਕਰਨਾ। ठीक है, ਹੁਣ ਆਪਾਂ ਨਾਲ ਹੀ ਇਸੇ ਵੀਡੀਓ ਦੇ ਵਿੱਚ ਹੀ ਆਪਾਂ MS ऑफिस ਦੀ ਇੰਸਟਾਲੇਸ਼ਨ ਵੀ ਕਰਦੇ ਹਾਂ। ਸਾਡੇ ਕੋਲ ਇਸ ਟਾਈਮ ਮੇਰੇ ਕੋਲ ਇਸ ਟਾਈਮ ਜਿਹੜੀ ਪੈਨ ਡਰਾਈਵ ਹੈ ਉਸ ਪੈਨ ਡਰਾਈਵ ਦੇ ਵਿੱਚ
ਆਪਾਂ ਦੇਖਦੇ ਹਾਂ ਕਿਹੜੇ ਸੌਫਟਵੇਅਰ ਹੈਗੇ ਆ। ਮੇਰੇ ਕੋਲ ਮਾਈਕਰੋਸੌਫਟ ਆਫਿਸ ਵੀ ਹੈਗਾ ਤੇ ਅਡੋਬ ਫੋਟੋਸ਼ਾਪ ਵੀ ਹੈਗਾ। ਮੈਂ ਦੋਨਾਂ ਦੀ ਇੰਸਟਾਲੇਸ਼ਨ ਤੁਹਾਨੂੰ ਦਿਖਾ ਦੇਣਾ। ਮੈਂ ਸਭ ਤੋਂ ਪਹਿਲਾਂ ਆਪਾਂ ਆਈਕਨ ਕਰ ਲੈਂਦੇ ਇਹਨੂੰ ਵਿਊ ਐਕਸਟਰਾ ਲਾਰਜ ਆਈਕਨ। ਐਕਸਟਰਾ ਲਾਰਜ ਆਈਕਨ ਦੇ ਵਿੱਚ ਦੇਖੋ ਮਾਈਕਰੋਸੌਫਟ ਆਫਿਸ 2007 ਵਿਦ ਕੀ। ਆਪਾਂ ਇਹਦੇ ਡਬਲ ਕਲਿੱਕ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਸੀਰੀਅਲ ਦੇ ਉੱਤੇ ਕਲਿੱਕ ਕਰਕੇ ਇਹਦੀ ਸੀਰੀਅਲ ਕੀ ਨੂੰ ਕਾਪੀ ਕਰ ਲੈਂਦੇ। ਪਹਿਲਾਂ ਸੀਰੀਅਲ ਕੀ ਨੂੰ ਕਾਪੀ ਕਰਨਾ ਜ਼ਰੂਰੀ ਆ। ਉਹ ਤੋਂ ਬਾਅਦ ਚੈੱਕ ਕਰੋ ਲਾਸਟ ਵਿੱਚ ਹੈਗਾ ਸੈਟਅਪ। ਆਪਾਂ ਸੈਟਅਪ ਦੇ ਉੱਤੇ ਕਲਿੱਕ ਕੀਤਾ। ਸੈਟਅਪ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਯੈਸ। ਹੁਣ ਸੈਟਅਪ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਇੰਸਟਾਲੇਸ਼ਨ ਸਾਡੀ ਸਟਾਰਟ ਹੋ ਗਈ ਮਾਈਕਰੋਸੌਫਟ ਆਫਿਸ 2007 ਦੀ। ਨਾਲ ਹੀ ਉਹਨੇ ਸਾਡੇ ਤੋਂ ਪ੍ਰੋਡਕਟ ਕੀ ਮੰਗ ਲਈ। ਆਪਾਂ ਕਾਪੀ ਆਲਰੇਡੀ ਕੀਤੀ ਹੋਈ ਸੀ, ਇਸ ਕਰਕੇ ਆਪਾਂ ਪੇਸਟ ਕੀਤਾ। ਦੈਨ ਆਪਾਂ ਕੰਟੀਨਿਊ। I accept the terms this agreement. Continue. Install now. ਸਾਰੀਆਂ ਫਾਈਲਾਂ ਕਾਪੀ ਪੇਸਟ ਹੋ ਗਈਆਂ। ਜਦੋਂ ਸਾਰਾ ਕੁਝ ਇੰਸਟਾਲ ਹੋ ਗਿਆ ਇਟ ਮੀਨ ਸਾਡੇ ਤੋਂ ਜਿਹੜਾ ਮਾਈਕਰੋਸੌਫਟ ਆਫਿਸ ਦੇ ਵਿੱਚ MS ਵਰਡ, ਐਕਸਲ, ਪਾਵਰਪੁਆਇੰਟ, ਅਸੈਸ ਇਹ ਸਾਰਾ ਕੁਝ ਇੰਸਟਾਲ ਹੋ ਜਾਊਗਾ। ਨਾਲ ਹੀ ਆਪਾਂ ਵਿੰਡੋ ਫੋਟੋਸ਼ਾਪ ਦੀ ਇੰਸਟਾਲੇਸ਼ਨ 'ਤੇ ਲਗਾ ਕੇ ਦੇਖਦੇ ਹਾਂ। ਅਡੋਬ ਫੋਟੋਸ਼ਾਪ 7 ਸਭ ਤੋਂ ਪਹਿਲਾਂ ਇਹਨੂੰ ਵੀ ਆਪਾਂ ਆਈਕਨ 'ਚ ਕਨਵਰਟ ਕਰ ਲਈਏ ਲਾਰਜ ਐਕਸਟਰਾ ਲਾਰਜ ਆਈਕਨ। ਇਹਦੀ ਵੀ ਆਪਾਂ ਸੀਰੀਅਲ ਕੀ 'ਚ ਜਾਂਦੇ ਹਾਂ। ਪਹਿਲਾਂ ਆਪਾਂ ਸੀਰੀਅਲ ਕੀ ਨੂੰ ਕਾਪੀ ਕਰ ਲੈਂਦੇ ਹਾਂ। ਸੀਰੀਅਲ ਕੀ ਨੂੰ ਜੇਕਰ ਕਾਪੀ ਆਪਾਂ ਕਰ ਲਈਏ ਫਿਰ ਸਾਨੂੰ ਇੰਸਟਾਲੇਸ਼ਨ 'ਚ ਕੋਈ ਦਿੱਕਤ ਨਹੀਂ ਆਉਂਦੀ। ਆਪਾਂ ਸੈਟਅਪ 'ਤੇ ਕਲਿੱਕ ਕਰਦੇ ਹਾਂ। ਯੈਸ ਆਪਾਂ 2 ਜਾਂ 3 ਸੌਫਟਵੇਅਰ ਦੀ ਇੰਸਟਾਲੇਸ਼ਨ ਇਕੱਠੀ ਲਗਾ ਸਕਦੇ ਹਾਂ, ਕੋਈ ਏਡੀ ਦਿੱਕਤ ਨਹੀਂ ਹੈਗੀ। ਇਸ ਤਰ੍ਹਾਂ ਇੱਕ ਸਾਈਡ ਦੇ ਉੱਤੇ ਸਾਡੇ ਤੋਂ ਮਾਈਕਰੋਸੌਫਟ ਆਫਿਸ ਐਂਟਰਪ੍ਰਾਈਜ਼ ਐਡੀਸ਼ਨ 2007 ਇੰਸਟਾਲ ਹੋ ਰਿਹਾ, ਦੂਸਰੇ ਪਾਸੇ ਹੀ ਆਪਾਂ ਆਪਣਾ ਅਡੋਬ ਫੋਟੋਸ਼ਾਪ 7 ਵੀ ਇੰਸਟਾਲ ਕਰ ਲੈਣਾ ਹੈ। ਆਫਿਸ ਦੀ ਇੰਸਟਾਲੇਸ਼ਨ ਹੋ ਰਹੀ ਹੈ। ਥੋੜ੍ਹਾ ਜਿਹਾ ਟਾਈਮ ਲੱਗਦਾ ਕਿਉਂਕਿ ਲਗਭਗ 1 ਤੋਂ 1.5 GB ਦਾ ਡੇਟਾ ਟ੍ਰਾਂਸਫਰ ਹੁੰਦਾ ਹੈ CD ਤੋਂ। ਆਪਣੇ ਕੋਲ ਮਾਈਕਰੋਸੌਫਟ ਆਫਿਸ ਐਂਟਰਪ੍ਰਾਈਜ਼ ਐਡੀਸ਼ਨ 2007 ਪ੍ਰੋਪਰ ਇੰਸਟਾਲ ਹੋ ਗਿਆ ਆ। ਆਪਾਂ ਇਹਨੂੰ ਕਲੋਜ਼ ਕਰ ਦਿੰਦੇ ਹਾਂ। ਨਾਲ ਹੀ ਆਪਣੇ ਕੋਲ ਅਡੋਬ ਫੋਟੋਸ਼ਾਪ 7.0 ਦਾ ਸੈਟਅਪ ਵੀ ਆਪਾਂ ਸਟਾਰਟ ਕੀਤਾ ਸੀਗਾ, ਉਹ ਵੀ ਚੱਲ ਪਿਆ ਆ। ਦੈਨ ਨੈਕਸਟ ਓਕੇ US ਇੰਗਲਿਸ਼ ਨੈਕਸਟ ਆਈ ਅਸੈਪਟ। ਟਾਈਟਲ ਦੇ ਵਿੱਚ ਕੁਛ ਵੀ ਭਰ ਦਿਓ, ਮੈਂ ਕੁਛ ਵੀ ਭਰ ਦਿੰਦਾ ਇਹਦੇ ਵਿੱਚ ਬਿਨਾਂ ਦੇਖੇ। ਇੱਥੇ ਆਪਾਂ ਕੰਟਰੋਲ V ਦੇ ਨਾਲ ਜਿਹੜੀ ਪ੍ਰੋਡਕਟ ਕੀ ਆਪਾਂ ਕਾਪੀ ਕੀਤੀ ਸੀ ਆਪਾਂ ਇਹਦੇ ਵਿੱਚ ਪੇਸਟ ਕਰ ਦੇਣੀ ਆ। then next, then yes, next, next, next। ਇਸ ਤਰੀਕੇ ਦੇ ਨਾਲ ਆਪਾਂ ਅਡੋਬ ਫੋਟੋਸ਼ਾਪ 7.0 ਨੂੰ ਇੰਸਟਾਲ ਕਰ ਸਕਦੇ ਹਾਂ। ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ
ਵਿੰਡੋਜ਼ 10 ਦੀ ਇੰਸਟਾਲੇਸ਼ਨ, ਉਹਦੇ ਡਰਾਈਵਰ ਦੀ ਇੰਸਟਾਲੇਸ਼ਨ, ਮਾਈਕਰੋਸਾਫਟ ਆਫਿਸ ਦੀ ਇੰਸਟਾਲੇਸ਼ਨ ਤੇ ਅਡੋਬ ਫੋਟੋਸ਼ਾਪ 7.0 ਦੀ ਇੰਸਟਾਲੇਸ਼ਨ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ। ਥੈਂਕ ਯੂ।